समय हम पहुंचे हैं टीकरी बॉर्डर। यहाँ किसानों का आंदोलन चल रहा है। किसानों के आंदोलन में महिलाओं की बहुत बड़ी संख्या में भागीदारी है। वे खुद अपनी अपनी मांगों को हमारे सामने साझा करेंगी। और सबसे अहम बात इस आंदोलन की है कि जिस तरह से अलग अलग ज़िलों से महिलाएं आई हैं, पंजाब से, और उन्होंने अपनी एक अलग जगह और अलग आवाज़ बनाई है नेतृत्व के स्तर पर, वह इस आंदोलन को बहुत ख़ास बनाती है। हमारे साथ हैं इस समय बिंदु, जो एक बहुत अहम चेहरा पंजाब महिला किसान आंदोलन का हैं। सबसे पहले बिंदु जी, आप बताएं कि कब से आप दिल्ली में हैं? ਅਸੀਂ 28 ਤਰੀਕ ਤੋਂ ਦਿੱਲੀ 'ਚ ਹਾਂ ਜੀ ਕਿ ਸਾਨੂੰ ਅਸੀਂ 26 ਤੇ 27 ਤਰੀਕ ਨੂੰ ਦਿੱਲੀ 'ਚ ਆਉਣਾ ਸੀ। ਅਸੀਂ 26 ਤਰੀਕ ਨੂੰ ਖਨੌਰੀ ਬਾਰਡਰ ਤੇ ਡੱਬ ਵਾਲੀ ਬਾਰਡਰ ਤੇ ਸੀ ਜੀ। ਉੱਥੇ बैरिकेड ਲਾਏ ਹੋਏ ਸੀਗੇ हरियाणा पुलिस ने दोनों पासे। ਅਸੀਂ ਉਹ बैरिकेड तोड़ते हुए। ये बताइए कि महिला किसान, महिलाओं को क्या फ़र्क पड़ेगा इस जो बिल आया है उससे? देखो जी, जो महले औरतां ने ਜਦੋਂ ਇਹ ਬਿੱਲ ਆਉਣਗੇ ਉਹਨਾਂ ਦਾ ਅਸਰ ਜਿੱਥੇ ਕੋਲੇ ਲਕਾਈ ਤੇ ਪੈਣਾ ਹੈਗਾ। ਤੇ ਜਿਹੜੀਆਂ ਔਰਤਾਂ ਨੇ ਇਹ ਪਹਿਲਾਂ ਹੀ ਦਵਾਈਆਂ ਹੋਈਆਂ ਨੇ ਸਮਾਜ ਦੇ ਵੱਲੋਂ। ਇਹਨਾਂ ਕੋਲੇ ਵਸੀਲੇ ਨਹੀਂ ਹੈਗੇ, ਇਹਨਾਂ ਕੋਲੇ ਉਵੇਂ ਰੁਜ਼ਗਾਰ ਦੇ ਕੋਈ ਸਾਧਨ ਨਹੀਂ ਹੈਗੇ। ਅਸੀਂ ਔਰਤਾਂ ਵੀ ਜ਼ਮੀਨ ਦੇ ਨਾਲ ਜੁੜੀਆਂ ਹੋਈਆਂ ਹੈਗੀਆਂ। ਔਰਤਾਂ ਤੇ ਪਹਿਲਾਂ ਹੀ ਜ਼ਬਰ ਬਹੁਤ ਹੁੰਦੇ ਨੇ ਤੇ ਜਦੋਂ ਇਹ ਬਿੱਲ ਲਾਗੂ ਹੋਣੇ ਆ ਇਹਦੇ ਨਾਲ ਔਰਤਾਂ ਤੇ ਵੱਡੇ ਹਮਲੇ ਹੋਣੇ ਨੇ। ਸਾਡੇ ਹੌਸਲੇ ਐ ਬੁਲੰਦ ਨੇ, ਅਸੀਂ ਹੌਸਲਿਆਂ ਨਾਲ ਬੈਠੇ ਹਾਂ ਆਪਦਾ ਹੱਕ ਲੈਣ ਵਾਸਤੇ। ਅਸੀਂ ਗੌਰਮੈਂਟ ਤੋਂ ਕੋਈ ਚੀਜ਼ ਨਹੀਂ ਮੰਗਦੇ ਹੈਗੇ। ਅਸੀਂ ਆਪਦਾ ਸਾਰਾ ਰਾਸ਼ਨ ਲੈ ਕੇ ਆਏ ਹਾਂ, ਭਾਵੇਂ ਸਾਨੂੰ 6 ਮਹੀਨੇ ਲੱਗ ਜਾਣ। ਅਸੀਂ ਡਟ ਕੇ ਇੱਥੇ ਜਾਨਾਂ ਵੀ ਵਾਰ ਦਾਂਗੇ। आपकी क्या मांग है? मोदी सरकार को क्या करना चाहिए? ਮੋਦੀ ਸਰਕਾਰ ਤੋਂ ਜੀ ਜਿਹੜੇ 3 ਕਾਨੂੰਨ ਕਰੇ ਨੇ ਇਹ ਰੱਦ ਕਰ ਦੇ, ਸਾਡੀ ਇਹੀ ਮੰਗ ਹੈ। ਮੋਦੀ ਸਰਕਾਰ ਖਾਸ ਕਰ ਜਦੋਂ ਤੋਂ ਉਹ ਦੂਸਰੀ ਵਾਰ ਰਾਜ ਗੱਦੀ ਤੇ ਆਏ ਆ, ਉਹ ਬਹੁਤ ਹੰਕਾਰ ਹੋ ਗਿਆ ਉਹਨਾਂ ਨੂੰ ਕਿ ਅਸੀਂ ਤਾਂ ਦੂਸਰੀ ਵਾਰ ਭਾਜਪਾ ਦੀ ਕੇਂਦਰ ਦੇ ਵਿੱਚ ਸਰਕਾਰ ਬਣ ਗਈ, ਪ੍ਰਧਾਨ ਮੰਤਰੀ ਦੁਬਾਰਾ ਫਿਰ ਮੋਦੀ ਸਾਹਿਬ ਬਣ ਗਏ। ਤਾਂ ਉਦੋਂ ਤੋਂ ਉਹ ਜ਼ਿਆਦਾ ਹੰਕਾਰ ਦੇ ਵਿੱਚ ਹੈ। ਤੇ ਹੁਣ ਤੱਕ ਜਦੋਂ ਉਹਨਾਂ ਨੇ GST ਲਾਗੂ ਕੀਤਾ, ਨੋਟਬੰਦੀ ਲਿਆਏ, ਨਾਗਰਿਕਤਾ ਸੋਧ ਕਾਨੂੰਨ ਲਿਆਏ, ਭਾਵੇਂ ਜਿਹੜੇ ਚੇਤਨ ਲੋਕ ਹੈ, ਜਥੇਬੰਦਕ ਲੋਕ ਹੈ, ਉਹਨਾਂ ਨੇ ਉਹਨਾਂ ਸਾਰਿਆਂ ਦਾ ਵਿਰੋਧ ਕੀਤਾ, ਪਰ ਐਡੀ ਵੱਡੀ ਪੱਧਰ ਤੇ ਵਿਰੋਧ ਨਹੀਂ ਹੋਇਆ। ਇਸ ਤੋਂ ਉਹਨਾਂ ਦੇ ਉਦੋਂ ਦੇ ਹੌਸਲੇ ਇਹ ਕੇਂਦਰ ਸਰਕਾਰ ਦੇ ਬੁਲੰਦ ਸੀ ਵੀ ਖਾਸ ਕਰ ਮੋਦੀ ਸਰਕਾਰ ਦਾ ਵੀ ਜੋ ਅਸੀਂ ਕਹਤਾ ਉਹੀ ਹੋਊਗਾ। ਤੇ ਹਲੇ ਵੀ ਉਹ ਇਸੇ ਤਰ੍ਹਾਂ ਹੀ ਸੋਚ ਰਹੇ ਹੈ ਵੀ ਸਾਨੂੰ ਪਿੱਛੇ ਨਾ ਮੁੜਨਾ ਪਵੇ। ਪਰ ਜਿੱਡੀ ਵੱਡੀ ਪੱਧਰ ਤੇ ਸੰਘਰਸ਼ ਫਲੈਸ਼ ਹੋ ਗਿਆ, ਕਿਸਾਨਾਂ ਦੇ ਸੰਘਰਸ਼ ਨੂੰ ਜਿੰਨੀ ਹਮਾਇਤ ਹੈ, ਕੱਲੇ ਪੰਜਾਬ ਚੋਂ ਨਹੀਂ, ਇਹ ਸੰਘਰਸ਼ ਭਾਰਤ ਦੀਆਂ ਸਾਰੀਆਂ ਸਟੇਟਾਂ ਦਾ ਹੈ। ये बताओ कि कैसे किसान मोदी सरकार से लड़ेगा? उनके पास तो बहुत ताकत है ना। नहीं, हम समझते हैं कि ताकत उनके पास फौज की है, पुलिस की है, पर लोग जे इन्ना अपनी ताकत ਨੂੰ ਸਮਝ ਲੈਣ, ਉਹ ਪੁਲਿਸ ਫੌਜ ਦੇ ਮੁਕਾਬਲੇ ਲੋਗੋਂ की ਤਾਕਤ ਬਹੁਤ ਬੜੀ ਹੈ। ਇੱਥੇ ਅਸੀਂ 5000 ਦੀ ਗਿਣਤੀ ਦੇ ਵਿੱਚ ਔਰਤਾਂ ਨੂੰ ਲੈ ਕੇ ਆਏ ਸੀ ਜੀ। ਤੇ ਕੁਝ ਔਰਤਾਂ ਅਸੀਂ ਪੰਜਾਬ ਦੇ ਵਿੱਚ ਛੱਡ ਕੇ ਆਏ ਸੀਗੇ ਕਿ ਜਿਹੜੇ ਸਾਡੇ ਪੰਜਾਬ ਦੇ ਵਿੱਚ ਮੋਰਚੇ ਚੱਲ ਰਹੇ ਆ, ਟੋਲ ਪਲਾਜ਼ੇ ਫ੍ਰੀ ਕੀਤੇ ਹੋਏ ਆ, ਰਿਲਾਇੰਸ ਪੰਪ ਘੇਰੇ ਹੋਏ ਹੈ, ਸ਼ਾਪਿੰਗ ਮਾਲ ਹੈ, ਹੋਰ ਹੈ, ਕਿੰਨੇ ਉਹ 60 ਥਾਵਾਂ 'ਤੇ ਚੱਲ ਰਹੇ ਨੇ। ਉਹਨਾਂ 'ਤੇ ਪਿੱਛੇ ਪੰਜਾਬ ਦੇ ਵਿੱਚ ਔਰਤਾਂ ਵੱਡੀ ਪੱਧਰ 'ਤੇ ਔਰਤਾਂ ਉੱਥੇ ਆ ਰਹੀਆਂ ਨੇ, ਪਰਿਵਾਰਾਂ 'ਚੋਂ ਬੱਚਿਆਂ ਸਮੇਤ ਨੌਜਵਾਨ ਕਿਸਾਨ ਵੀ ਆ ਰਹੇ ਨੇ। ਪਰ ਵੱਡੀ ਗਿਣਤੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਉਹਨਾਂ ਟੋਲ ਪਲਾਜ਼ਿਆਂ 'ਤੇ ਹੈਗੀ ਹੈ, ਹੋਰਾਂ ਥਾਵਾਂ 'ਤੇ ਹੈਗੀ ਹੈ। ਇੱਥੇ ਵੀ ਵੱਡੀ ਗਿਣਤੀ ਦੇ ਵਿੱਚ ਔਰਤਾਂ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚੋਂ अपने अपने किसान अपने अपने ज़िलों में भी हैं और वहाँ पर भी आंदोलन कर रही हैं। पंजाब में भी अभी? हाँ जी, हाँ जी, हाँ जी, पंजाब में भी एक एक ਜ਼ਿਲ੍ਹੇ 'ਚ 5-5 6-6 ਸਾਈ ਅੰਦੋਲਨ ਚੱਲ ਰਹੇ ਆ ਜੀ। ਭਾਜਪਾ ਦੇ ਵਿਧਾਇਕਾਂ ਦੇ ਘਰਾਂ ਮੂਹਰੇ ਧਰਨੇ ਲਾਏ ਹੋਏ ਆ ਜੀ। ਅਸੀਂ ਇਸੇ ਤਰ੍ਹਾਂ ਹੀ ਟੋਲ ਪਲਾਜ਼ਾ। इतनी ठंड में बाहर इस तरह से रहना तो औरतों के लिए ज़्यादा मुश्किल है ना। टॉयलेट भी नहीं है, फिर नहाना धोना खाना पीना वो कैसे कर रहे हैं आप लोग? देखो जी, इस संघर्ष ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ, क्योंकि ਜਿਹੇ कहना औरतों का शामिल होना जरूरी है। जी, शामिल होना जरूरी है, क्योंकि ये ਜਿਹੜਾ ਸੰਘਰਸ਼ ਹੈ ਜਿਹਦੇ ਵਿੱਚ ਔਰਤਾਂ ਸ਼ਾਮਿਲ ਹੁੰਦੀਆਂ ਤੇ ਇਹਦਾ ਰੰਗ ਵੀ ਬਦਲਦਾ ਤੇ ਰੰਗ ਬਦਲਣ ਦੇ ਨਾਲ ਇਹਦੇ ਵਿੱਚ ਜਿਹੜਾ ਜੋਸ਼ ਆ ਉਹ ਵੱਧਦਾ ਹੈਗਾ ਤੇ ਹਾਕਮਾਂ ਤੇ ਵੀ ਇਸ ਗੱਲ ਦਾ ਅਸਰ ਹੁੰਦਾ ਕਿ ਪਰਿਵਾਰਾਂ ਸਮੇਤ ਲੋਕ ਸੰਘਰਸ਼ ਦੇ ਵਿੱਚ ਨੇ। ਤੇ ਜਿਹੜੀਆਂ ਸਮੱਸਿਆਵਾਂ ਦੀ ਗੱਲ ਕਰਦੇ ਆ, ਦੇਖੋ ਜੀ, ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਹਰ ਥਾਂ ਸਮੱਸਿਆਵਾਂ ਬਹੁਤ ਜ਼ਿਆਦਾ ਨੇ।
ਕਿ ਔਰਤਾਂ ਹੋਣ ਦੇ ਨਾਤੇ ਜਿਵੇਂ ਹੁਣ ਅਸੀਂ ਇੱਥੇ ਆਏ ਹਾਂ, ਖੁੱਲ੍ਹੇ 'ਚ ਬੈਠੇ ਹੈਗੇ ਆ, ਬਹੁਤ ਸਾਰੀਆਂ ਸਮੱਸਿਆਵਾਂ ਨੂੰ ਅਸੀਂ ਸਰ ਕਰ ਰਹੇ ਹਾਂ, ਪਰ ਇਸ ਦੇ ਬਾਵਜੂਦ ਵੀ ਔਰਤਾਂ ਪੂਰੀਆਂ ਮਾਨਸਿਕ ਤੌਰ ਤੇ ਤਿਆਰ ਹੋ ਕੇ ਆਈਆਂ ਨੇ, ਪੂਰੀ ਤਿਆਰੀ ਦੇ ਨਾਲ ਆਈਆਂ ਨੇ। ਚਾਹੇ ਸਾਨੂੰ ਇੱਥੇ ਬਹੁਤ ਸਾਰੇ ਹਰਿਆਣੇ ਦੇ ਲੋਕਾਂ ਦੇ ਵੱਲੋਂ ਪ੍ਰਬੰਧ ਕੀਤੇ ਗਏ ਨੇ ਸਾਡੀਆਂ ਔਰਤਾਂ ਦੇ ਲਈ, ਉਹਨਾਂ ਨੇ ਆਪਣੇ ਜਿਵੇਂ ਪੈਟਰੋਲ ਪੰਪ ਹੈ, मॉल है ਜਾਂ ਹੋਰ ਉਹਨਾਂ ਦੇ ਘਰ-ਬਾਰ है वो दिते गए हैं कि किसी भी औरत ने उन लोगों ने खोल दिया है ताकि आप इस्तेमाल कर सके। जो हरियाणा के लोग हैं उन्होंने मॉल वॉल खोल दिया है, पेट्रोल पंप में भी खोला है उन्होंने, टॉयलेट इस्तेमाल करने में आसानी है। ਹਾਂਜੀ ਹਾਂਜੀ ਉਹਨਾਂ ਨੇ ਸਾਨੂੰ ਸਨੀ ਕਿ ਇਹ ਆਪਣੀਆਂ ਜਿਹੜੀਆਂ ਥਾਵਾਂ ਨੇ ਖੋਲ ਦਿੱਤੀਆਂ ਨੇ ਕਿ ਔਰਤਾਂ ਨੂੰ ਕਿਸੇ ਕਿਸਮ ਦੀ ਵੀ ਸਮੱਸਿਆ ਨਹੀਂ ਆਉਣੀ ਚਾਹੀਦੀ। आपको लगता है कि मोदी सरकार सुनेगी? ਸੁਣੇਗੀ, ਆਪੇ ਸੁਣੇਗੀ। ਜਦੋਂ ਉਹਦੀ ਧੌਣ ਤੇ ਗੋਡਾ ਰੱਖਿਆ ਆਪੇ ਸੁਣੇਗੀ। ਪਹਿਲਾਂ ਤਾਂ ਉਹਨਾਂ ਨੇ ਵੋਟਾਂ ਪਵਾਈਆਂ ਸਾਤੋਂ, ਉਦੋਂ ਤਾਂ ਕਹਿੰਦੇ ਅਸੀਂ ਵੀ 15-15 ਲੱਖ ਰੁਪਈਆ ਪਾਵਾਂਗੇ ਤੁਹਾਡੇ ਖਾਤਿਆਂ 'ਚ, ਉਹ ਵੀ ਚੁੱਪ ਕਰ ਗਏ ਸਾਡੇ ਕਿਸਾਨ। ਉਸ ਤੋਂ ਬਾਅਦ ਫਿਰ ਕਹਿੰਦੇ ਨੋਟਬੰਦੀ ਹੋ ਗਈ, ਨੋਟ ਬਦਲੋ, ਉਹ ਵੀ ਸਾਡੇ ਕਿਸਾਨਾਂ ਨੇ ਸਾਰਿਆਂ ਨੇ ਮੰਨ ਲਈ। ਜਦੋਂ ਸਿਰੇ ਚੜ ਗਿਆ, ਹੁਣ ਸਾਡੇ ਕਿਸਾਨਾਂ ਦੀ ਜ਼ਮੀਨਾਂ ਨੂੰ ਹੱਥ ਪਾਉਂਦੇ ਨੇ, ਸਾਡੇ ਬੱਚਿਆਂ ਦੇ ਰੋਟੀਆਂ ਖਵਾਉਂਦੇ ਨੇ ਹੱਥਾਂ 'ਚੋਂ। ਹੁਣ ਨਹੀਂ ਕਿਸਾਨ ਪਿੱਛੇ ਹਟਦੇ, ਹੁਣ ਤਾਂ ਜਮਾ ਐਨ ਕਰਤਾ, ਹੁਣ ਤੇ ਗੋਡਾ ਰੱਖਾਂਗੇ, ਜਮਾ ਸੰਘਰਸ਼ ਪੂਰਾ ਤੇਜ਼ ਕਰਾਂਗੇ, ਮੋਦੀ ਨੂੰ ਮਨਾ ਕੇ ਪਿੱਛੇ ਮੁੜਾਂਗੇ, ਉਹਨਾਂ 'ਚ ਅਸੀਂ ਪਿੱਛੇ ਨਹੀਂ ਮੁੜਦੇ। महिला किसानों के ऊपर हमला भी बहुत तीखा है और वे जानती हैं कि उनका मुकाबला सिर्फ मोदी सरकार से ही नहीं, उनके पक्ष में खड़ी पूरी ट्रोल आर्मी से है। इसलिए वे राजनीतिक एजेंडे को बिल्कुल साफ रखती हैं। वे कहती हैं ये लड़ाई सिर्फ उनकी अपनी खेती या अपनी ज़मीन के लिए नहीं है, यह लड़ाई हिंदुस्तान को दोबारा गुलाम बनाने से बचाने के लिए है और इसके लिए वे कुछ भी कर गुजरने पर तैयार हैं।